ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ, ਜਿਵੇਂ ਆਪ ਜਾਣਦੇ ਹੋ, ਦਾਸ ਮਨਿੰਦਰ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਆਪ ਜੀ ਨੂੰ ਕਿਸੇ ਨਾ ਕਿਸੇ ਇਤਿਹਾਸਿਕ ਸਥਾਨ ਦੇ ਦਰਸ਼ਨ ਕਰਵਾਉਂਦੇ ਰਹਿੰਦੇ ਹਾਂ। ਅੱਜ ਅਸੀਂ ਪੁੱਜੇ ਹਾਂ ਪਿੰਡ ਕਢਾਣੀ ਕਲਾਂ ਵਿਖੇ, ਜੋ ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ। ਇਸ ਇਤਿਹਾਸਿਕ ਪਿੰਡ ਦੇ ਵਿੱਚ ਬੜੀਆਂ ਹੀ ਪੁਰਾਤਨ ਨਿਸ਼ਾਨੀਆਂ ਮਹਾਰਾਜ ਦੀਆਂ ਪਈਆਂ ਹਨ, ਜਿਵੇਂ ਕਿ ਚੋਲਾ ਸਾਹਿਬ, ਜੋੜਾ ਸਾਹਿਬ ਅਤੇ ਇੱਕ ਪੋਥੀ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਿਆ ਹੈ। ਆਓ ਅਸੀਂ ਆਪ ਜੀ ਨੂੰ ਦਰਸ਼ਨ ਕਰਵਾਉਂਦੇ ਹਾਂ। ਅੱਗੇ ਹੀ ਇਸ ਪਿੰਡ ਦੇ ਵਿੱਚ ਹੀ 3 ਹੋਰ ਇਤਿਹਾਸਿਕ ਸਥਾਨ ਹਨ, ਜਿਸ ਦੇ ਵਿੱਚ ਅਸੀਂ ਜ਼ਰੂਰ ਜਾਵਾਂਗੇ ਅਤੇ ਆਪ ਜੀ ਨੂੰ ਇਸ ਦਾ ਇਤਿਹਾਸ ਬਾਰੇ ਜ਼ਰੂਰ ਜਾਣੂ ਕਰਵਾਵਾਂਗੇ। ਸੋ ਆਓ ਅਸੀਂ ਹੁਣ ਚੱਲਦੇ ਹਾਂ। ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਸ੍ਰੀ ਚੋਲਾ ਸਾਹਿਬ ਵਿਖੇ, ਜਿੱਥੇ ਮਹਾਰਾਜ ਦੀਆਂ ਪੁਰਾਤਨ 3 ਨਿਸ਼ਾਨੀਆਂ ਪਈਆਂ ਹਨ। ਆਪ ਜੀ ਦਰਸ਼ਨ ਕਰ ਰਹੇ ਹੋ ਚੋਲਾ ਸਾਹਿਬ ਜੀ ਦੇ। ਸੋ ਆਪ ਜੀ ਦੇਖ ਰਹੇ ਹੋ ਕਿ ਦੂਰੋਂ ਹੀ ਕੇਸਰੀ ਪਰਚਮ ਝੂਲਦੇ ਦਿਖਾਈ ਦੇ ਰਹੇ ਹਨ। ਆਓ ਆਪਾਂ ਹੁਣ ਅੰਦਰ ਚੱਲਦੇ ਹਾਂ ਅਤੇ ਕਰਦੇ ਹਾਂ ਇਤਿਹਾਸਿਕ ਨਿਸ਼ਾਨੀਆਂ ਦੇ ਦਰਸ਼ਨ ਅਤੇ ਮਹਾਰਾਜ ਨੂੰ ਨਤਮਸਤਕ ਹੁੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਆਪ ਦਰਸ਼ਨ ਕਰ ਰਹੇ ਹੋ ਮਹਾਰਾਜ ਦੇ ਜੋੜਾ ਸਾਹਿਬ ਦੇ। ਜੋ ਕਿ ਬੜੀ ਹੀ ਸਾਂਭ ਸੰਭਾਲ ਦੇ ਨਾਲ ਰੱਖਿਆ ਹੋਇਆ ਹੈ। ਤੇ ਆਪ ਜੀ ਨੂੰ ਦਰਸ਼ਨ ਕਰਵਾਉਂਦੇ ਹਾਂ ਮਹਾਰਾਜ ਦੇ ਚੋਲਾ ਸਾਹਿਬ ਦੇ। ਇਹ ਚੋਲਾ ਪਹਿਲਾਂ ਕਾਫੀ ਹਾਲਤ ਖਰਾਬ ਹੋ ਗਈ ਸੀਗੀ, ਲੇਕਿਨ ਬਾਹਰੋਂ ਸੰਗਤ ਨੇ ਉਪਰਾਲਾ ਕਰਕੇ ਇਸ ਨੂੰ ਕੈਮੀਕਲ ਵਗੈਰਾ ਲਾ ਕੇ ਲੈਮੀਨੇਟ ਕੀਤਾ ਹੈ, ਜਿਸ ਦੀ ਕਿ 100 ਸਾਲ ਦੀ ਮਿਆਦ ਹੈ। 100 ਸਾਲ ਤੱਕ ਇਸ ਨੂੰ ਕੁਝ ਵੀ ਨਹੀਂ ਹੋਵੇਗਾ। ਬੜੀ ਹੀ ਸਾਂਭ ਸੰਭਾਲ ਦੇ ਨਾਲ ਚੋਲਾ ਸਾਹਿਬ ਸੰਗਤ ਨੇ ਰੱਖਿਆ ਹੋਇਆ ਹੈ। ਸੰਗਤ ਜੀ, ਇਹ ਉਹੀ 52 ਕਲੀਆਂ ਵਾਲਾ ਚੋਲਾ ਹੈ ਜੋ ਮਹਾਰਾਜ ਗਵਾਲੀਅਰ ਦੇ ਕਿਲ੍ਹੇ ਵਿੱਚ ਮਹਾਰਾਜ ਨੇ ਪਹਿਨਿਆ ਸੀ। ਤੇ ਹੁਣ ਅਸੀਂ ਆਪ ਜੀ ਨੂੰ ਦਰਸ਼ਨ ਕਰਵਾਉਂਦੇ ਹਾਂ
ਮਹਾਰਾਜ ਦੀ ਨਿਤਨੇਮ ਪੋਥੀ ਦੇ ਜੋ ਕਿ ਸੁਨਹਿਰੀ ਜਿਸ ਦੇ ਅੰਗ ਹਨ ਤੇ ਆਪ ਜੀ ਦਰਸ਼ਨ ਕਰ ਰਹੇ ਹੋ। ਪਾਵਨ ਪੋਥੀ ਪੰਜ ਗ੍ਰੰਥੀ ਸਾਹਿਬ ਮਹਾਰਾਜ ਦੀ। ਸਾਧ ਸੰਗਤ ਜੀ, ਅਸੀਂ ਆਪ ਜੀ ਨੂੰ ਦੱਸਣਾ ਚਾਹੁੰਦੇ ਹਾਂ ਕਿ ਇੱਥੇ ਮਹਾਰਾਜ ਨੇ ਬਚਨ ਕੀਤੇ ਸਨ ਕਿ ਇਸ ਜਗ੍ਹਾ 'ਤੇ ਸ਼ਰਧਾ ਭਾਵਨਾ ਨਾਲ ਨਤਮਸਤਕ ਹੋਣ ਦੇ ਨਾਲ ਗਲੇ ਦੇ ਕਿਸੇ ਵੀ ਰੋਗ ਦਾ ਨਿਵਾਰਨ ਹੋ ਜਾਊਗਾ। ਅਤੇ ਸੰਗਤ ਇੱਥੇ ਸ਼ਨੀਵਾਰ ਨੂੰ ਚੌਂਕੀ ਭਰਨ ਆਉਂਦੀ ਹੈ ਅਤੇ ਬੜੇ ਹੀ ਗੰਭੀਰ ਤੋਂ ਗੰਭੀਰ ਰੋਗ, ਗਲੇ ਦੇ ਹੀ ਨਹੀਂ ਹੋਰ ਵੀ ਕਿਸੇ ਵੀ ਸਰੀਰਕ ਰੋਗ ਦਾ ਇੱਥੇ ਸ਼ਰਧਾ ਭਾਵਨਾ ਨਾਲ ਚੌਂਕੀਆਂ ਭਰਨ ਨਾਲ ਸ਼ਨੀਵਾਰ ਨੂੰ ਤਕਰੀਬਨ ਸੰਗਤ ਇਕੱਤਰ ਹੁੰਦੀ ਹੈ। ਇਲਾਕੇ ਦੀ ਸੰਗਤ ਨਾਲ ਵਿਚਾਰ ਕਰਨ ਤੋਂ ਬਾਅਦ ਪਤਾ ਚੱਲਿਆ ਕਿ ਇੱਥੇ ਬੜੇ ਹੀ ਗੰਭੀਰ ਰੋਗ ਉਹਨਾਂ ਦੇ ਦੇਖਦੇ ਦੇਖਦੇ ਹੀ ਕੱਟੇ ਗਏ। ਈਵਨ ਕਿ ਕੈਂਸਰ ਜਿਹੀਆਂ ਗੰਭੀਰ ਬਿਮਾਰੀਆਂ ਵੀ ਇੱਥੋਂ ਠੀਕ ਹੋ ਗਈਆਂ ਅਤੇ ਸੰਗਤ ਇਸ ਜਗ੍ਹਾ 'ਤੇ ਸ਼ਰਧਾ ਭਾਵਨਾ ਨਾਲ ਨਤਮਸਤਕ ਹੁੰਦੀ ਹੈ। ਆਪ ਜੀ ਜਿਸ ਨਿੰਮ ਦੇ ਦਰਸ਼ਨ ਕਰ ਰਹੇ ਹੋ, ਇਸੇ ਨਿੰਮ ਨਾਲ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣਾ ਘੋੜਾ ਬੰਨ੍ਹਿਆ ਸੀ। ਇਹ ਨਿੰਮ ਤਕਰੀਬਨ ਕਾਫੀ ਸਾਲ ਪਹਿਲਾਂ ਡਿੱਗ ਗਈ ਸੀਗੀ ਅਤੇ ਪਰ ਨੁਕਸਾਨ ਨਹੀਂ ਕਿਸੇ ਦਾ ਹੋਇਆ ਮਹਾਰਾਜ ਦੀ ਕਿਰਪਾ ਨਾਲ, ਕਿਉਂਕਿ ਮਹਾਰਾਜ ਨੇ ਕਿਹਾ ਕਿ ਇੱਥੇ ਨੁਕਸਾਨ ਕੁਦਰਤੀ ਆਫਤ ਨਾਲ ਕੋਈ ਨਹੀਂ ਹੋਊਗਾ। ਅਤੇ ਹੁਣ ਇਹ ਦੁਬਾਰਾ ਨਿੰਮ ਫੁੱਟ ਪਈ ਆਪ ਜੀ ਦੇਖ ਰਹੇ ਹੋ। ਇਹ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਹੈ, ਆਪ ਜੀ ਦਰਸ਼ਨ ਕਰ ਰਹੇ ਹੋ। ਅਤੇ ਹੁਣ ਅਸੀਂ ਆਪ ਜੀ ਨੂੰ ਗੁਰਦੁਆਰਾ ਹਵੇਲੀ ਸਾਹਿਬ, ਜਿਸ ਨੂੰ ਭੜੋਲਾ ਸਾਹਿਬ ਵੀ ਆਖਦੇ ਹਾਂ, ਜੋ ਗੁਰਦੁਆਰਾ ਸਾਹਿਬ ਦੀ ਬਿਲਕੁਲ ਬੈਕ ਸਾਈਡ ਹੈ, ਉਹ ਅਸੀਂ ਉੱਥੇ ਦਰਸ਼ਨ ਕਰਨ ਚੱਲਦੇ ਹਾਂ। ਇਹ ਨਵੇਂ ਦਰਬਾਰ ਸਾਹਿਬ ਦੀ ਇਮਾਰਤ ਤਕਰੀਬਨ ਬਣ ਕੇ ਤਿਆਰ ਹੋ ਚੁੱਕੀ ਹੈ। ਹੁਣ ਇਸ ਤੋਂ ਬਾਅਦ ਮਹਾਰਾਜ ਦੇ ਪ੍ਰਕਾਸ਼ ਇਸ ਸਥਾਨ 'ਤੇ ਕੀਤੇ ਜਾਣਗੇ।
ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਨ 1688 ਨੂੰ ਸਤਿਗੁਰੂ ਜੀ ਜਦੋਂ ਇਸ ਨਗਰ ਵਿੱਚ ਆਏ ਨੇ, ਅੱਛਾ। ਸਭ ਤੋਂ ਪਹਿਲਾਂ ਦਮਦਮਾ ਸਾਹਿਬ ਪਹੁੰਚੇ ਨੇ ਮਹਾਰਾਜ। ਅੱਛਾ ਜੀ। ਉੱਥੇ ਮਹਾਂਪੁਰਖ ਰਹਿੰਦੀ ਸੀ ਕੋਈ, ਅੱਛਾ ਜੀ। ਉਹਨਾਂ ਨੇ ਸਤਿਗੁਰਾਂ ਨੂੰ ਰੋਕਿਆ ਸਭ ਤੋਂ ਪਹਿਲਾਂ ਜੀ, ਅੱਛਾ ਜੀ। ਤੇ ਉਹਨਾਂ ਨੇ ਜਲ ਛਕਾਇਆ, ਮਹਾਰਾਜ ਨੂੰ ਬਚਨ ਵਿਲਾਸ ਕੀਤੇ। ਅੱਛਾ ਜੀ। ਉਸ ਤੋਂ ਬਾਅਦ ਬਾਬਾ ਸੂਰਤੀਆ ਜੀ ਨੂੰ ਪਤਾ ਲੱਗਿਆ ਵੀ ਮਹਾਰਾਜ 6ਵੇਂ ਪਾਤਸ਼ਾਹ ਆਏ ਹੋਏ ਨੇ। ਅੱਛਾ ਜੀ। ਫਿਰ ਬਾਬਾ ਜੀ ਨਗਰ ਦੀ ਸੰਗਤ ਨੂੰ ਲੈ ਕੇ ਜਾ ਕੇ ਉੱਥੇ ਬੇਨਤੀ ਕੀਤੀ ਵੀ ਮਹਾਰਾਜ ਕਿਰਪਾ ਕਰੋ, ਅੱਛਾ ਜੀ। ਨਗਰ 'ਚ ਚਰਨ ਪਾਓ। ਅੱਛਾ ਜੀ। ਤੇ ਮਹਾਰਾਜ ਉਹਨਾਂ ਦੀ ਬੇਨਤੀ ਪ੍ਰਵਾਨ ਕਰਕੇ ਤੇ ਇੱਥੇ ਬਾਬਾ ਸੂਰਤੀਆ ਜੀ ਦਾ ਘਰ ਸੀ। ਆਈ ਸੀ ਹਾਂਜੀ, ਸਥਾਨ ਕੱਚੀ ਹਵੇਲੀ ਸੀ। ਅੱਛਾ ਜੀ। ਤੇ ਇੱਥੇ ਮਹਾਰਾਜ ਆਏ ਨੇ। ਅੱਛਾ ਜੀ। ਤੇ 45 ਦਿਨ ਮਹਾਰਾਜ ਬਾਬਾ ਸੂਰਤੀਆ ਜੀ ਦੇ ਘਰ ਇੱਥੇ ਹੀ ਰਹੇ। ਉਹਨਾਂ ਦਾ ਨਿਵਾਸ ਜਿਹੜਾ ਹੈ ਉਹ ਰਿਹਾ ਹੈ। ਅੱਛਾ ਜੀ। ਹਾਂਜੀ, 45 ਦਿਨ ਮਹਾਰਾਜ ਬਾਬਾ ਸੂਰਤੀਆ ਜੀ ਦੇ ਘਰ ਟਿਕੇ ਰਹੇ ਨੇ। ਅੱਛਾ ਜੀ। ਤੇ ਜਿਹੜਾ ਚੋਲਾ ਸਾਹਿਬ ਹੈ, ਹਾਂਜੀ। ਉੱਥੇ ਫਿਰ ਮਹਾਰਾਜ ਨੇ ਘੋੜਾ ਬੰਨਿਆ ਸੀ, ਨਾਲੇ ਉੱਥੇ ਮਹਾਰਾਜ ਦੀਵਾਨ ਸਜਾਉਂਦੇ ਦੀਵਾਨ ਹੁੰਦੇ ਸੀ। ਸਜਾਉਂਦੇ। ਅੱਛਾ ਜੀ। ਤੇ ਜਿਹੜਾ ਨਿਮਸਰ ਸਾਹਿਬ ਹੈ, ਹਾਂਜੀ। ਉੱਥੇ ਮਹਾਰਾਜ ਫਿਰ ਅੰਮ੍ਰਿਤ ਵੇਲੇ ਇੱਥੋਂ ਜਾਂਦੇ ਸੀ ਇਸ਼ਨਾਨ ਪਾਣੀ ਕਰਨ ਵਾਸਤੇ। ਅੱਛਾ ਜੀ। ਦਾਤਨ ਕੁਰਲੀ ਜੰਗਲ ਪਾਣੀ ਉੱਥੇ ਜਾਣਾ। ਜਿਹੜਾ ਅੱਛਾ। ਸਰੋਵਰ ਹੈ ਉਹ ਉਸ ਵੇਲੇ ਦਾ ਹੀ ਹੈ, ਉਸ ਵੇਲੇ ਉਹਨੂੰ ਲਖਿਆਣਾ ਟੋਬਾ ਕਹਿੰਦੇ ਹੁੰਦੇ ਸੀ। ਲਖਿਆਣਾ ਟੋਬਾ? ਹਾਂਜੀ। ਅੱਛਾ ਜੀ। ਉਹਦਾ ਨਾਮ ਲਖਿਆਣਾ ਟੋਬਾ ਸੀ। ਅੱਛਾ ਇਹ ਜੀ। ਪੁਰਾਤਨ ਹੈ ਜੀ, ਪੁਰਾਤਨ ਹੈ। ਅੰਦਰੋਂ ਹਲੇ ਵੀ ਕੱਚਾ ਆ, ਆਲੇ ਦੁਆਲੇ ਪੱਕਾ ਕਰਤਾ। ਅੱਛਾ ਜੀ। ਤੇ ਬਾਕੀ ਆਲੇ ਦੁਆਲੇ ਸਾਰਾ ਜੰਗਲ ਸੀ। ਅੱਛਾ। ਪਿੰਡ ਤਾਂ ਹੈ ਨਹੀਂ ਸੀ ਨਾ, ਇੰਨਾ ਛੋਟਾ ਪਿੰਡ ਸੀ। ਤੇ ਮਹਾਰਾਜ ਉੱਥੇ ਫਿਰ ਦਾਤਨ ਕੁਰਲੀ ਇਸ਼ਨਾਨ ਪਾਣੀ ਕਰਕੇ ਸਿਮਰਨ 'ਚ ਜੁੜ ਜਾਂਦੇ ਸੀ। ਸਿਮਰਨ ਜੁੜ ਜਾਂਦੇ। ਮਹਾਰਾਜ ਨੇ ਆਪਣੀ ਮੌਜ ਦੇ ਵਿੱਚ ਆ ਕੇ ਇੱਕ ਵਾਰੀ ਦਾਤਨ ਕਰਕੇ ਉੱਥੇ ਗੱਡਤੀ, ਉਹ ਬਹੁਤ ਭਾਰੀ ਨਿੰਮ ਫਿਰ। ਅੱਛਾ ਜੀ। ਹਾਂਜੀ, ਉਹ ਹੈਗੀ ਜੀ? ਉਹ ਨਿੰਮ ਫਿਰ ਡਿੱਗ ਪਈ ਸੀ ਪਿਛਲੇ ਕੁਝ ਕੁ ਸਾਲ ਅੱਛਾ, ਪਹਿਲਾਂ। ਡਿੱਗ ਪਈ ਸੀ? ਹਾਂਜੀ, ਫਿਰ ਉਹਦੇ ਵਿੱਚੋਂ ਹੋਰ ਨਿਕਲਿਆ ਹੀ ਸੀ। ਹੋਰ ਫੁੱਟਿਆ ਜੀ? ਅੱਛਾ ਜੀ। ਹਾਂਜੀ ਹਾਂਜੀ। ਤੇ ਇਸ ਤਰ੍ਹਾਂ ਕਰਕੇ ਮਹਾਰਾਜ ਨੇ ਫਿਰ ਇੱਥੇ ਹੀ ਆ ਜਾਣਾ। ਅੱਛਾ। ਰਿਹਾਇਸ਼ ਮਹਾਰਾਜ ਦੀ ਇੱਥੇ ਹੀ ਹੁੰਦੀ ਸੀ। ਅੱਛਾ ਜੀ। ਪ੍ਰਸ਼ਾਦਾ ਪਾਣੀ ਮਹਾਰਾਜ ਇੱਥੇ ਹੀ ਛਕਦੇ ਸੀ। ਅੱਛਾ ਜੀ। ਫਿਰ ਇੱਕ ਦਿਨ ਮਾਤਾ ਦੇ ਘਰੇ ਲੰਗਰ ਮਸਤਾਨਾ ਹੋ ਗਿਆ, ਅੱਛਾ ਜੀ। ਕਿਉਂਕਿ ਸੰਗਤ ਮਹਾਰਾਜ ਦੇ ਨਾਲ ਬਹੁਤ ਜ਼ਿਆਦਾ ਆਦਮੀ ਨੂੰ ਤਾਂ ਪਤਾ ਹੀ ਹੈ ਇਤਿਹਾਸ। ਸਿੰਘ ਵੀ ਨਾਲ ਆਉਂਦੇ ਹਾਂਜੀ ਹੋਣੇ। ਹਾਂਜੀ। ਅੱਛਾ ਜੀ। ਤੇ ਫਿਰ ਮਾਤਾ ਕਹਿੰਦੀ ਵੀ ਮਹਾਰਾਜ ਲੰਗਰ ਮਸਤਾਨਾ ਹੋ ਗਿਆ, ਵੀ ਮਨ ਤਾਂ ਮੇਰਾ ਕਰਦਾ ਵੀ ਸੇਵਾ ਮੈਂ ਹੀ ਕਰਾਂ ਹਾਂਜੀ। ਪ੍ਰਸ਼ਾਦੇ ਪਾਣੀ ਦੀ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਮਾਤਾ, ਚੱਕੀ ਚੋਂ ਦਾਣੇ ਲਿਆ। ਅੱਛਾ। ਚੱਕੀ ਚੋਂ ਦਾਣੇ ਲਿਆਂਦੇ ਕਣਕ ਦੇ ਅੱਛਾ ਜੀ। ਮਾਤਾ ਨੇ, ਤੇ ਸਤਿਗੁਰਾਂ ਦੇ ਕਰ ਕਮਲਾਂ ਤੇ ਰੱਖਤੇ। ਅੱਛਾ ਜੀ। ਮਹਾਰਾਜ ਨੇ ਭੜੋਲੇ 'ਚ ਪਾਤੇ। ਅੱਛਾ ਜੀ। ਤੇ ਸਤਿਗੁਰੂ ਜੀ ਕਹਿੰਦੇ ਆ ਵੀ ਮਾਤਾ ਲੈ ਤੇਰੇ ਘਰੇ ਲੰਗਰ ਦੀ ਤੋੜ ਨਹੀਂ ਆਵੇਗੀ, ਕੱਢੀ ਅੱਛਾ। ਚਲਿਓ ਵਰਤੀ ਚਲਿਓ, ਢੱਕਣ ਚੱਕ ਕੇ ਨਹੀਂ ਦੇਖਣਾ। ਉਹ ਨਹੀਂ ਦੇਖਣਾ। ਅੱਛਾ ਜੀ। ਹਾਂਜੀ, ਇਸ ਤਰ੍ਹਾਂ 180 ਸਾਲ ਕਹਿੰਦੇ ਨੇ ਲੰਗਰ ਚੱਲਦਾ ਰਿਹਾ, 5 ਪੀੜ੍ਹੀਆਂ ਤੱਕ। ਅੱਛਾ ਜੀ। 5ਵੀਂ ਪੀੜ੍ਹੀ 'ਚ ਆ ਕੇ ਫਿਰ ਨੂੰਹ ਨੇ ਢੱਕਣ ਚੱਕਤਾ। ਅੱਛਾ ਜੀ। ਉਹ ਬਰਕਤ ਫਿਰ ਖਤਮ ਹੋ ਗਈ। ਤੇ ਇਸ ਤਰ੍ਹਾਂ ਜਦੋਂ 45 ਦਿਨ ਤੋਂ ਬਾਅਦ ਸਤਿਗੁਰੂ ਜਾਣ ਲੱਗੇ ਨਗਰ ਤੋਂ, ਤੇ ਪਰਿਵਾਰ ਦੀ ਸੇਵਾ ਤੋਂ ਖੁਸ਼ ਹੋ ਕੇ ਅੱਛਾ ਜੀ। ਮਹਾਰਾਜ ਨੇ ਚੋਲਾ ਸਾਹਿਬ ਤੇ ਜੋੜਾ, ਅੱਛਾ ਜੀ। ਪੋਥੀ ਸਾਹਿਬ ਜਿੱਥੋਂ ਸਤਿਗੁਰੂ ਜੀ ਆਪ ਨਿਤਨੇਮ ਕਰਿਆ ਕਰਦੇ ਸੀ, ਅੱਛਾ ਜੀ। ਇੱਕ ਮੰਜੀ, ਅੱਛਾ ਜੀ। ਇਹ ਵਸਤੂਆਂ ਮਹਾਰਾਜ ਨੇ ਪਰਿਵਾਰ ਨੂੰ ਬਖਸ਼ਿਸ਼ ਕੀਤੀਆਂ। ਅੱਛਾ ਜੀ। ਤੇ ਨਾਲੇ ਵਰ ਦਿੱਤਾ ਇਹ ਕਢਾਣੀ ਤੋਂ ਕਢਾਣ ਸਾਹਿਬ ਬਣੇਗਾ। ਅੱਛਾ ਜੀ। ਬਾਹਰੋਂ ਆਇਆ ਦੁਸ਼ਮਣ ਨਗਰ ਨੂੰ ਵੀ ਹਰਾ ਨਹੀਂ ਸਕੇਗਾ। ਅੱਛਾ ਜੀ। ਕੁਦਰਤੀ ਆਫਤ ਨਗਰ ਦਾ ਕੋਈ ਨੁਕਸਾਨ ਨਹੀਂ ਕਰੇਗੀ, ਤੇ ਗਲੇ ਦੀਆਂ ਬਿਮਾਰੀਆਂ ਤੋਂ ਇੱਥੇ ਹਾਜ਼ਰੀ ਭਰਨ ਨਾਲ ਆਰਾਮ ਕਰੇਗਾ। ਆਰਾਮ ਆਊਗਾ। ਹਾਂਜੀ, ਹੁਣ ਸ਼ਨੀਵਾਰ ਨੂੰ ਬੇਅੰਤ ਸੰਗਤ ਆਉਂਦੀ ਹੈ ਜੀ, ਅੱਛਾ ਜੀ। ਦੀਵਾਨ ਸਜਦੇ ਆ ਨਿਮਸਰ ਸਾਹਿਬ। ਹਾਂ ਬਾਬਾ ਜੀ, ਸੁਣਿਆ ਵੀ ਇੱਥੇ ਕਾਫੀ ਬਿਮਾਰੀਆਂ ਹਾਂਜੀ ਹਾਂਜੀ, ਸਾਰੀਆਂ ਵੱਡੀਆਂ ਤੋਂ ਬਿਮਾਰੀਆਂ, ਵੱਡੇ ਰੋਗ ਕੱਟੇ। ਹਾਂਜੀ ਹਾਂਜੀ, ਸਾਰੀਆਂ ਬਿਮਾਰੀਆਂ ਵਾਲੇ ਆਉਂਦੇ ਆ ਹੁਣ ਤਾਂ। ਸਾਰੇ ਮਨੋਭਾਵਨਾ ਕਿਸੇ ਦੀ ਕੋਈ ਹੈ, ਬਿਮਾਰੀ ਹੈ। ਹਾਂਜੀ ਹਾਂ, ਬੇਅੰਤ ਸੰਗਤਾਂ ਆਉਂਦੀਆਂ ਨੇ ਹੁਣ। ਤੇ ਇਸ ਤਰ੍ਹਾਂ ਕਰਕੇ ਵਰ ਦਿੱਤੇ। ਉਹ ਪੜੋਲਾ ਪੁਰਾਣੀ? ਨਹੀਂ, ਇਹ ਉਹ ਤਾਂ ਪੜੋਲਾ ਨਹੀਂ ਹੈਗਾ ਜੀ, ਉਸ ਮਿੱਟੀ ਨਾਲ ਬਣਾਇਆ ਹੋਇਆ ਪੜੋਲਾ। ਉਸ ਉਥੋਂ ਹੀ ਮਿੱਟੀ ਲਈ ਹੋਈ ਹੈ? ਹਾਂਜੀ। ਅੱਛਾ ਅੱਛਾ। ਉਹ ਕੱਚੀ ਹਵੇਲੀ 'ਚ ਸੀਗਾ ਜੀ ਪੜੋਲਾ, ਕੱਚਾ ਵੀ ਕੱਚਾ ਹੀ ਸੀ। ਇਹ ਹਵੇਲੀ ਬਾਬਾ ਜੀ ਫਿਰ ਇਹ ਤਾਂ ਬਾਅਦ ਚ ਲਿਆ ਜੀ ਮਕਾਨ, ਉਹ ਜਿੱਥੇ ਦਰਬਾਰ ਸਾਹਿਬ ਬਣ ਰਿਹਾ ਉੱਥੇ ਹਵੇਲੀ ਸੀ? ਹਾਂਜੀ ਹਾਂਜੀ। ਉਹ ਫਿਰ ਖਸਤਾ ਹੋ ਗਈ ਹੋਣੀ ਆ ਹਾਲਤ? ਹਾਂਜੀ ਹਾਂਜੀ। ਸੰਭਾਲ ਨਹੀਂ ਹੋਈ? ਹਾਂਜੀ ਹਾਂਜੀ। ਫਿਰ ਇਸ ਤਰ੍ਹਾਂ ਕਰਕੇ 45 ਦਿਨ ਮਹਾਰਾਜ ਨਗਰ ਵਿੱਚ ਰਹਿ ਕੇ ਵਸਤੂਆਂ ਬਖਸ਼ਿਸ਼ ਕਰਕੇ ਬਾਹਰ ਦੇ ਕੇ ਫਿਰ ਮਹਾਰਾਜ ਅੱਗੇ ਮਹਾਰਾਜ ਚੱਲੇ। ਹਾਂਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਹੁਣ ਦਿਓ ਇਜਾਜ਼ਤ। ਅਗਲੀ ਵੀਡੀਓ ਦੇ ਵਿੱਚ ਗੁਰਦੁਆਰਾ ਨਿਮਸਰ ਸਾਹਿਬ ਅਤੇ ਗੁਰਦੁਆਰਾ ਦਮਦਮਾ ਸਾਹਿਬ ਦੇ ਦਰਸ਼ਨ ਕਰਵਾਉਣ ਲਈ ਆਪ ਜੀ ਨੂੰ ਜ਼ਰੂਰ ਮਿਲਾਂਗੇ। ਹੁਣ ਦਿਓ ਇਜਾਜ਼ਤ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।